हिंदुस्तान के उत्ते काबज जिहड़ी आ लोकतांत्रिक सरकार नहीं है बल्कि ईवीएम के राही काबज हुई सरकार है और इन्हें अगले पता नहीं किन्ने क साल ईवीएम के राही काबज रहना कोई पता नहीं। ਤੇ ਜੇ ਈਵੀਐਮ 'ਚ ਗੜਬੜੀ ਹੁੰਦੀ ਕਿਸ ਤਰ੍ਹਾਂ ਜਥੇਦਾਰ ਸਾਹਿਬ ਤਾਂ ਉਹ ਗੱਲਾਂ ਕਰਦੇ ਨੇ ਜਿਸ ਤਰ੍ਹਾਂ ਕੋਈ ਮਾਨਸਿਕ ਤੌਰ ਤੇ ਬਿਮਾਰ ਵਿਅਕਤੀ ਕਰਦਾ, ਉਹ ਗੱਲਾਂ ਕਰਦੇ ਨੇ ਜਿਸ ਤਰ੍ਹਾਂ ਕੋਈ ਮਾਨਸਿਕ ਤੌਰ ਤੇ ਬਿਮਾਰ ਵਿਅਕਤੀ ਕਰਦਾ। ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਸ ਵੇਲੇ ਮਾਨਸਿਕ ਤੌਰ ਦੇ ਉੱਤੇ ਬਿਮਾਰ ਦੱਸ ਰਹੇ ਹੋ। अरे भाई मैं मानसिक तौर पे बीमार कुछ नहीं कह रहा। मैं जी ਤੁਹਾਡਾ ਬਿਆਨ ਵੱਖ-ਵੱਖ ਮੀਡੀਆ ਚੈਨਲਸ ਦੇ ਉੱਤੇ ਜੋ ਸੁਣਨ ਨੂੰ ਪਾਇਆ ਗਿਆ ਮੈਂ ਉਸ ਨੂੰ ਕੋਟ ਕਰ ਗੱਲ ਕਰ ਰਿਹਾ। ਤੇ ਜੇ ਈਵੀਐਮ 'ਚ ਗੜਬੜੀ ਹੁੰਦੀ ਕਿਸ ਤਰ੍ਹਾਂ ਜਥੇਦਾਰ ਸਾਹਿਬ ਤਾਂ ਉਹ ਗੱਲਾਂ ਕਰਦੇ ਨੇ ਜਿਸ ਤਰ੍ਹਾਂ ਕੋਈ ਮਾਨਸਿਕ ਤੌਰ ਤੇ ਬਿਮਾਰ ਵਿਅਕਤੀ ਕਰਦਾ, ਉਹ ਗੱਲਾਂ ਕਰਦੇ ਨੇ ਜਿਸ ਤਰ੍ਹਾਂ ਕੋਈ ਮਾਨਸਿਕ ਤੌਰ ਤੇ ਬਿਮਾਰ ਵਿਅਕਤੀ ਕਰਦਾ। इस तरह जी एक तो पहली गल ये है कि जथेदार साहब जिहड़े हैगे आ ये जिहड़े खुद ही डिस्प्यूटेड व्यक्ति ने मुतवाजी जथेदार जिहड़े है वो बहुत सारा सिख जगत उन्होंने भी जथेदार बनता। ਤੁਸੀਂ ਕਿਹਾ ਕਿ ਅੱਧੀ ਦੁਨੀਆ ਉਹਨਾਂ ਨੂੰ ਜਥੇਦਾਰ ਮੰਨਦੀ ਹੈ, ਅੱਧੀ ਨਹੀਂ। ਤੁਹਾਡੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਕੌਣ? ਗਿਆਨੀ ਹਰਪ੍ਰੀਤ ਸਿੰਘ ਜਾਂ ਜਥੇਦਾਰ ਹਵਾਰਾ? एक सौदा साहब ਨੂੰ माफी देती, कदे सौदा साहब ਨੂੰ सजा लाती, तनखाहिया करार देता, तनखाहिया करार दे के कदे किसी ਨੂੰ माफी हो सकती है? ये सिੱਖੀ ਸਿਧਾਂਤ ਦੀ ਗੱਲ ਸੀ। ਜਿਸ ਵੇਲੇ ਸੋਦਾ ਸਾਹਿਬ ਨੂੰ ਮਾਫੀ ਦੇਣ ਦਾ ਮਾਮਲਾ ਸੀਗਾ ਉਸ ਵੇਲੇ ਤੁਹਾਡੀ ਸਰਕਾਰ ਦੇ ਵਿੱਚ ਵੀ ਗੱਠਜੋੜ ਸੀਗਾ। ਉਸ ਵੇਲੇ ਦਾ ਆਨੰਦ ਜੇਕਰ ਸ਼੍ਰੋਮਣੀ ਅਕਾਲੀ ਦਲ ਨੇ ਮਾਣਿਆ ਸੀ ਤਾਂ ਆਨੰਦ ਭਾਜਪਾ ਨੇ ਵੀ ਮਾਣਿਆ ਸੀ। ਨਰਿੰਦਰ ਮੋਦੀ EMPLOYE ਨੇ ਜਾਂ ਨਹੀਂ, ਲੇਕਿਨ ਤੁਸੀਂ ਜਥੇਦਾਰ ਸਾਹਿਬ ਨੂੰ ਤਾਂ EMPLOYE ਕਹਿ ਦਿੱਤਾ। ਬਾਕੀ ਪ੍ਰਧਾਨ ਮੰਤਰੀਆਂ ਨੇ ਤਨਖਾਹ ਨਹੀਂ ਲਈ। ਬਾਕੀ ਪ੍ਰਧਾਨ ਮੰਤਰੀਆਂ ਦੀ ਅਸੀਂ ਗੱਲ ਨਹੀਂ ਕਰ ਰਹੇ, ਅਸੀਂ ਨਾ ਬਾਕੀ ਜਥੇਦਾਰਾਂ ਦੀ ਗੱਲ ਕਰ ਰਹੇ ਹਾਂ। ਮੈਂ ਤਾਂ RSS ਦਾ ਸੇਵਕ ਹਾਂ, ਮੈਨੂੰ ਇਸ ਤੇ ਫਖਰ ਆ। ਸਮਝ ਗਏ ਗੱਲ? ਤੁਹਾਨੂੰ ਸਿੱਖ ਹੋਣ ਤੇ ਫਖਰ ਪਹਿਲਾਂ ਹੈ ਜਾਂ RSS ਦਾ ਸੇਵਕ ਹੋਣ ਤੇ ਪਹਿਲਾਂ ਫਖਰ ਹੈ? ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਭਾਜਪਾ ਦੇ ਆਗੂ ਇਸ ਵੇਲੇ ਪੰਜਾਬ ਦੀ ਧਰਤੀ ਦੇ ਉੱਤੇ ਕਿਸਾਨਾਂ ਦੇ ਮੋਰਚੇ ਨੂੰ, ਕਿਸਾਨਾਂ ਦੇ ਸਵਾਲਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਸੰਤੁਸ਼ਟ ਨਹੀਂ ਕਰ ਪਾ ਰਹੇ ਕਿਸਾਨਾਂ ਨੂੰ। ਲੇਕਿਨ ਕੋਈ ਅਜਿਹਾ ਮੁੱਦਾ ਹੋਏ ਜਿਸ ਦੇ ਉੱਤੇ ਉਹਨਾਂ ਦੀ ਸਿਆਸਤ ਚਮਕ ਸਕੇ, ਕੋਈ ਅਜਿਹਾ ਮੁੱਦਾ ਹੋਏ ਜਿਸ ਦੇ ਉੱਤੇ ਪੋਲੀਟੀਕਲ ਏਜੰਡਾ ਪੰਜਾਬ ਦੇ ਵਿੱਚ ਖੜਾ ਕੀਤਾ ਜਾ ਸਕਦਾ ਹੋਏ, ਉਸ ਨੂੰ ਲੈ ਕੇ ਕੋਈ ਸਮਾਂ ਗਵਾਉਂਦੇ ਨਹੀਂ ਇਹ ਭਾਜਪਾ ਦੇ ਆਗੂ। ਹਰਜੀਤ ਸਿੰਘ ਗਰੇਵਾਲ ਹੋਣਾ ਦੀ ਅਸੀਂ ਗੱਲ ਕਰਾਂਗੇ। ਉਹਨਾਂ ਦਾ ਇੱਕ ਇੰਟਰਵਿਊ ਕਾਫੀ ਜ਼ਿਆਦਾ ਇਸ ਵੇਲੇ ਸੁਣਿਆ ਜਾ ਰਿਹਾ ਜਿਸ ਦੇ ਵਿੱਚ ਉਹ ਸਾਫ਼ ਤੌਰ ਦੇ ਉੱਤੇ ਕਹਿੰਦੇ ਨੇ ਕਿ ਜੀ ਇਸ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮਾਨਸਿਕ ਤੌਰ ਦੇ ਉੱਤੇ ਬਿਮਾਰ ਨੇ। ਇਹ ਗੱਲ ਅਸੀਂ ਨਹੀਂ ਕਹਿ ਰਹੇ, ਇਹ ਹਰਜੀਤ ਸਿੰਘ ਗਰੇਵਾਲ ਦੁਹਰਾ ਰਹੇ ਨੇ। ਜੇਕਰ ਅਜਿਹਾ ਹੈ ਤਾਂ ਉਹਨਾਂ ਤੋਂ ਇਹ ਸਵਾਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਤੁਸੀਂ ਆਪ ਦੱਸੋ, ਤੁਸੀਂ ਕਿਹਨੂੰ ਮੰਨਦੇ ਹੋ ਆਪਣਾ ਜਥੇਦਾਰ? ਕਿ ਤੁਸੀਂ ਨਤਮਸਤਕ ਹੁੰਦੇ ਹੋ ਸ਼੍ਰੀ ਅਕਾਲ ਤਖਤ ਸਾਹਿਬ ਨੂੰ? ਕੀ ਤੁਹਾਡੇ ਕੋਲ ਇਸ ਵੇਲੇ ਜੋ ਸਿੱਖੀ ਸਰੂਪ ਹੈ, ਜਿਨ੍ਹਾਂ ਸਿਧਾਂਤਾਂ ਦੇ ਉੱਤੇ ਤੁਸੀਂ ਪਹਿਰਾ ਦੇ ਰਹੇ ਹੋ, ਉਹਨਾਂ ਸਿਧਾਂਤਾਂ ਦੀ ਜੇਕਰ ਕੋਈ ਅਗਵਾਈ ਕਰ ਰਿਹਾ ਹੈ ਕਿ ਤੁਸੀਂ ਉਸ ਅਗਵਾਈ ਕਰਨ ਵਾਲੇ ਵਿਅਕਤੀ ਦੇ ਨਾਲ ਖੜੋਗੇ ਨਹੀਂ? ਅੱਜ ਅਸੀਂ ਗੱਲ ਕਰ ਰਹੇ ਹਾਂ ਇਹ ਸਭ ਕੁਝ ਮਾਮਲਾ ਨਿਕਲ ਕੇ ਸਾਹਮਣੇ ਕਿਉਂ ਆਇਆ, ਹਰਜੀਤ ਸਿੰਘ ਗਰੇਵਾਲ ਦਾ ਬਿਆਨ ਨਿਕਲ ਕੇ ਸਾਹਮਣੇ ਕਿਉਂ ਆਇਆ, ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਬੀਤੇ ਦਿਨ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਸਮਾਗਮ ਹੋ ਰਿਹਾ ਸੀ SGPC ਦਾ 100 ਸਾਲਾ ਸਥਾਪਨਾ ਦਿਵਸ, ਜਿਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਮੌਜੂਦਾ ਸਥਿਤੀ ਦੀਆਂ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਕਿਸੇ ਦੇ ਵੱਲ ਵੀ ਉਂਗਲ ਚੁੱਕਦਿਆਂ ਹੋਇਆਂ ਇਹ ਗੱਲ ਕਹੀ ਕਿ ਅੱਜ ਦੀ ਕੇਂਦਰ ਸਰਕਾਰ ਨਹੀਂ EVM ਦੀ ਸਰਕਾਰ ਹੈ। ਇੱਕ ਵਿਅਕਤੀ ਜਿਸ ਦੇ ਕੋਲ ਪਾਸਪੋਰਟ ਭਾਰਤੀ ਹੋਵੇ, ਇੱਕ ਵਿਅਕਤੀ ਜੋ ਭਾਰਤ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਰੱਖਦਾ ਹੋਵੇ, ਭਾਰਤੀ ਨਾਗਰਿਕ ਹੋਵੇ, ਕੀ ਉਹ ਆਪਣੇ ਦੇਸ਼ ਪ੍ਰਤੀ ਕੋਈ ਵਿਚਾਰ ਸਾਂਝੇ ਕਰ ਨਹੀਂ ਸਕਦਾ? ਵਿਚਾਰ ਸਾਂਝੇ ਕਰਨ ਤੱਕ ਦੀ ਤਾਕਤ ਨੂੰ, ਸ਼ਕਤੀ ਨੂੰ ਖਿੱਚਣ ਦੀ ਇਸ ਵੇਲੇ ਕੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਹਰਜੀਤ ਸਿੰਘ ਗਰੇਵਾਲ ਕਹਿੰਦੇ ਨੇ ਕਿ ਸਿਰਫ ਇੱਕ EMPLOYE ਨੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ। ਜੇਕਰ ਗਿਆਨੀ ਜੀ ਨੂੰ ਤੁਸੀਂ, ਜਥੇਦਾਰ ਸਾਹਿਬ ਨੂੰ ਤੁਸੀਂ ਇੱਕ EMPLOYE ਦੀ ਵਜੋਂ ਵੇਖ ਰਹੇ ਹੋ ਤਾਂ ਕਿ ਤੁਸੀਂ ਨਰਿੰਦਰ ਮੋਦੀ ਨੂੰ ਸੇਵਾਦਾਰ ਕਹਿਣ ਦੇ ਹੱਕਦਾਰ ਕਿਵੇਂ ਹੋ ਜਾਂਦੇ ਹੋ? ਕਿਸ ਮਾਣ ਦੇ ਨਾਲ ਤੁਸੀਂ ਪ੍ਰਧਾਨ ਮੰਤਰੀ ਨੂੰ ਸੇਵਾਦਾਰ, ਜਥੇਦਾਰ ਦੇ ਉੱਪਰ ਜੋ ਤੁਸੀਂ ਬਿਆਨ ਦੇ ਦਿੱਤਾ, ਉਸ ਤੋਂ ਤੁਸੀਂ ਹੁਣ ਇਸ ਵੇਲੇ ਜੋ ਕਿਸੇ ਵੀ ਤਰੀਕੇ ਦੇ ਨਾਲ ਕਹਿ ਲਓ ਸਿਆਸੀਕਰਨ ਕਰਨ ਦੀ, ਉਸ ਬੀਤੇ ਦਿਨ ਦੇ ਹੋਏ ਸਵਾਗਤ ਨੂੰ ਸਿਆਸੀ ਰੰਗਤ ਦੇਣ ਦੀ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਸੀਂ ਉਸ ਦੀ ਗੱਲ ਕਰ ਰਹੇ ਹਾਂ। ਪ੍ਰਧਾਨ ਮੰਤਰੀ ਦਾ ਅਹੁਦਾ ਹੈ।
ਉਸ ਅਹੁਦੇ ਦੇ ਨਾਲ ਰਲਦਾ ਮਿਲਦਾ ਕੋਈ ਵੀ ਜਵਾਬ, ਕੋਈ ਵੀ ਸਵਾਲ, ਕੋਈ ਸ਼ਬਦ ਮੇਜ਼ ਖਾ ਹੀ ਨਹੀਂ ਸਕਦਾ। ਬਸ ਹਾਂ, ਇਹ ਜ਼ਰੂਰ ਹੋ ਸਕਦਾ ਹੈ ਕਿ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਅਜਿਹੇ ਸ਼ਬਦਾਂ ਨੂੰ ਜੋੜ ਕੇ ਆਪਣਾ ਕਿਰਦਾਰ ਕੱਦ ਉੱਚਾ ਕਰਨ ਦੀ ਕੋਸ਼ਿਸ਼ ਕਰੋ, ਜਿਵੇਂ ਕਿ ਪਹਿਲਾਂ ਚੌਕੀਦਾਰ ਸ਼ਬਦ ਜੋੜਿਆ ਗਿਆ, ਸੇਵਾਦਾਰ ਸ਼ਬਦ ਜੋੜਿਆ ਗਿਆ। ਅਜਿਹੇ ਸ਼ਬਦਾਂ ਦੇ ਨਾਲ ਭਾਵੇਂ ਤੁਸੀਂ ਇਮੋਸ਼ਨਲੀ ਸਿੰਪਥੀ ਲੋਕਾਂ ਦੀ ਗੇਨ ਜ਼ਰੂਰ ਕਰੋ ਕਿ ਜੀ ਵਾਹ, ਉੱਚੇ ਅਹੁਦੇ ਤੇ ਬੈਠਾ ਸਾਡਾ ਪ੍ਰਧਾਨ ਮੰਤਰੀ ਆਪਣੇ ਆਪ ਨੂੰ ਚੌਕੀਦਾਰ ਕਹਿੰਦਾ। ਅੱਜ ਤੱਕ ਡੰਡਾ ਤਾਂ ਹੱਥ ਦੇ ਵਿੱਚ ਦੇਖਿਆ ਨਹੀਂ। ਡੰਡਾ ਤਾਂ ਉਹਨਾਂ ਕੋਆਪਰੇਟ ਘਰਾਣਿਆਂ ਦੇ ਵਿੱਚ ਜੋ ਇਸ ਵੇਲੇ ਪੰਜਾਬ ਨਾ ਸਿਰਫ ਹੋਰਨਾਂ ਸੂਬਿਆਂ ਦੇ ਉੱਤੇ ਆਪਣਾ ਅਧਿਕਾਰ, ਆਪਣਾ ਕਾਰੋਬਾਰ ਇਸੇ ਭਾਜਪਾ ਦੇ ਸਿਰ ਦੇ ਉੱਤੇ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਹਰਜੀਤ ਸਿੰਘ ਗਰੇਵਾਲ ਤਾਂ ਸਿਰਫ ਇੱਕ ਸਵਾਲ ਕਰਨ ਦੇ ਲਈ ਅੱਜ ਦਾ ਪ੍ਰੋਗਰਾਮ ਰੱਖਿਆ ਗਿਆ, ਜਿਸ ਦੇ ਵਿੱਚ ਉਹਨਾਂ ਤੋਂ ਪੁੱਛਿਆ ਜਾਏਗਾ ਕਿ ਤੁਹਾਡੇ ਲਈ ਸਭ ਤੋਂ ਪਹਿਲਾਂ ਸਿੱਖੀ ਜਾਂ ਸਭ ਤੋਂ ਪਹਿਲਾਂ ਆਰਐਸਐਸ। ਇਸ ਸਵਾਲ ਦਾ ਜੇਕਰ ਉਹ ਜਵਾਬ ਦੇ ਗਏ ਤਾਂ ਮੰਨ ਜਾਾਂਗੇ ਕਿ ਹਾਂ, ਉਹ ਇੱਕ ਸਿਆਸਤਦਾਨ ਨੇ। ਜੇਕਰ ਨਹੀਂ ਤਾਂ ਫਿਰ ਮੰਨਿਆ ਇਹੀ ਜਾਏਗਾ ਕਿ ਜੀ ਇਸ ਵੇਲੇ ਉਹ ਆਪ ਕਨਫਿਊਜ਼ ਨੇ। ਮਾਨਸਿਕਤਾ ਦੀ ਬਿਮਾਰੀ, ਮਾਨਸਿਕ ਤੌਰ ਦੇ ਉੱਤੇ ਬਿਮਾਰ ਇਸ ਵੇਲੇ ਕੋਈ ਹੋਰ ਨਹੀਂ, ਅਜਿਹੇ ਵਿਅਕਤੀ ਹੋ ਸਕਦੇ ਨੇ ਜੋ ਅਜਿਹੇ ਬਿਆਨ ਦੇਣ। ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜੁੜੇ ਹੋਏ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਗਰੇਵਾਲ ਸਾਹਿਬ, ਕਿਸ ਆਧਾਰ ਦੇ ਉੱਤੇ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਸ ਵੇਲੇ ਮਾਨਸਿਕ ਤੌਰ ਦੇ ਉੱਤੇ ਬਿਮਾਰ ਦੱਸ ਰਹੇ ਹੋ? ਕੀ ਕੁਝ ਤੁਸੀਂ ਕਹਿਣਾ ਚਾਹੋਗੇ? ਇਸ ਤਰ੍ਹਾਂ ਜੀ, ਇੱਕ ਤਾਂ ਪਹਿਲੀ ਗੱਲ ਇਹ ਆ ਕਿ ਜਥੇਦਾਰ ਸਾਹਿਬ ਜਿਹੜੇ ਹੈਗੇ ਆ, ਇਹ ਜਿਹੜੇ ਖੁਦ ਹੀ ਡਿਸਪਿਊਟਡ ਵਿਅਕਤੀ ਨੇ। ਮੁਤਵਾਜੀ ਜਥੇਦਾਰ ਜਿਹੜੇ ਆ ਉਹ ਸਾਰਾ ਸਿੱਖ ਜਗਤ ਉਹਨਾਂ ਨੂੰ ਵੀ ਜਥੇਦਾਰ ਮੰਨਦਾ, ਠੀਕ ਹੈ। ਦੂਸਰਾ, ਇਹ ਜਥੇਦਾਰ ਹੈਗੇ ਤਾਂ ਇਹ ਹਮੇਸ਼ਾ ਰਾਜਨੀਤਿਕ ਬਿਆਨਬਾਜ਼ੀ ਕਰਦੇ ਰਹਿੰਦੇ ਆ, ਇੱਕ ਰਾਜਨੀਤਿਕ ਪਰਿਵਾਰ ਦੇ ਵਿੱਚ ਸਾਧਣ ਲਈ ਬੋਲਦੇ ਆ ਜੀ। ਇਹ ਦੁਨੀਆ ਦਾ ਸਭ ਤੋਂ ਬੜਾ ਲੋਕਤੰਤਰ ਆ ਸਾਡਾ ਦੇਸ਼ ਜੀ। ਇਹਦੇ ਸੰਵਿਧਾਨਿਕ ਸੰਸਥਾ ਹੈਗੀ ਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਉਹਦੇ ਤੇ ਸਵਾਲ ਉਠਾਉਣਾ, ਉਹਦੇ ਤੇ ਕੁਐਸਚਨ ਮਾਰਕ ਲਾਉਣਾ। ਈਵੀਐਮ ਦੀ ਸਰਕਾਰ ਜਦੋਂ ਬਣੀ ਸੀ, ਜਦੋਂ ਸ਼੍ਰੋਮਣੀ ਅਕਾਲੀ ਦਲ ਦੂਜੀ ਵਾਰ ਬਣੀ ਸੀ, ਤਾਂ ਲੋਕਾਂ ਨੇ ਕਿਹਾ ਸੀ ਈਵੀਐਮ ਦੀ ਸਰਕਾਰ ਹੈ, ਤੇ ਉਸ ਵੇਲੇ ਇਹਨਾਂ ਨੇ ਕਿਹਾ ਵੀ ਰਿਜ਼ਾਈਨ ਕਰੋ, ਇਹ ਗਲਤ ਬਣਿਆ ਤੁਸੀਂ। ਅੱਜ ਇਹ ਕੁਐਸਚਨ ਜਦੋਂ ਅਸੀਂ ਰਾਜਸਥਾਨ ਚ ਆ ਰਹੇ ਹਾਂ, ਪੰਜਾਬ ਚ ਆ ਰਹੇ ਹਾਂ, ਔਰ ਬੀਜੇਪੀ ਛੱਤੀਸਗੜ੍ਹ ਚ ਆ ਰਹੀ ਹੈ, ਮੱਧ ਪ੍ਰਦੇਸ਼ ਚ ਆ ਰਹੀ ਹੈ, ਉਸ ਵੇਲੇ ਈਵੀਐਮ ਨੂੰ ਦੋਸ਼ ਦੇਣਾ ਚਾਹੀਦਾ ਸੀ ਜਥੇਦਾਰ ਜੀ ਨੂੰ। ਅੱਜ ਕਿਉਂ ਦੋਸ਼ ਦੇ ਰਹੇ ਆ? ਈਵੀਐਮ ਨੂੰ ਦੋਸ਼ ਦੇਣਾ ਕਿਸੇ ਵੀ ਤਰੀਕੇ ਦੇ ਨਾਲ ਅਜਿਹਾ ਨਹੀਂ ਕਿ ਇਲੈਕਸ਼ਨ ਕਮਿਸ਼ਨ ਨੂੰ ਦੋਸ਼ ਦਿੱਤਾ ਜਾ ਰਿਹਾ ਹੈ। ਜੇਕਰ ਕਿਸੇ ਵੀ ਭਾਰਤੀ ਨਾਗਰਿਕ ਦਾ ਕੋਈ ਸਵਾਲ ਹੈਗਾ ਡੈਮੋਕ੍ਰੇਸੀ ਦੇ ਵਿੱਚ, ਸਵਾਲ ਕਰਨ ਨੂੰ ਜਾਂ ਆਰੋਪ ਲਾਉਣ ਨੂੰ ਵੀ ਤੁਸੀਂ ਉਸ ਬੰਦੇ ਨੂੰ ਕਹਿ ਦੋਗੇ, ਉਸ ਵਿਅਕਤੀ ਨੂੰ ਕਹਿ ਦੋਗੇ ਮਾਨਸਿਕ ਤੌਰ ਦੇ ਉੱਤੇ ਬਿਮਾਰ ਹੈ। ਅਰੇ ਭਾਈ, ਮੈਂ ਉਹਦਾ ਮਾਨਸਿਕ ਤੌਰ ਤੇ ਬਿਮਾਰ ਕੁਝ ਨਹੀਂ ਕਹਿ ਰਿਹਾ। ਮੈਂ ਜੀ ਤੁਹਾਡਾ ਬਿਆਨ ਵੱਖ-ਵੱਖ ਮੀਡੀਆ ਚੈਨਲਸ ਦੇ ਉੱਤੇ ਜੋ ਸੁਣਨ ਨੂੰ ਪਾਇਆ ਗਿਆ, ਮੈਂ ਉਸ ਨੂੰ ਕੋਟ ਕਰਕੇ ਸਰ ਗੱਲ ਕਰ ਰਿਹਾ। ਦੇਖੋ, ਉਹ ਹਮੇਸ਼ਾ ਹੀ ਇਸ ਤਰ੍ਹਾਂ ਦੇ ਆਰੋਪ ਲਾਉਂਦੇ ਆ, ਸਾਡੀ ਸਰਕਾਰ ਨੂੰ ਈਵੀਐਮ ਦੀ ਸਰਕਾਰ ਦੱਸਦੇ ਆ, ਲੋਕਤੰਤਰ ਦੇ ਪ੍ਰਸ਼ਨ ਚਿੰਨ੍ਹ ਲਾਉਂਦੇ ਆ, ਤੇ ਉਹਨਾਂ ਨੂੰ ਕੀ ਇਹ ਬਗਾਵਤ ਕਰਾਉਣਾ ਚਾਹੁੰਦੇ ਆ ਦੇਸ਼ 'ਚ? ਗਰੇਵਾਲ ਸਾਹਿਬ, ਤੁਸੀਂ ਵੱਖ-ਵੱਖ ਡਿਬੇਟ ਸ਼ੋਜ਼ ਦੇ ਵਿੱਚ ਸਿੱਖੀ ਸਿਧਾਂਤਾਂ ਦੀ ਗੱਲ ਚੰਗੇ ਤਰੀਕੇ ਦੇ ਨਾਲ ਕਰਦੇ ਹੋ, ਤੇ ਤੁਹਾਨੂੰ ਵੀ ਚੰਗੇ ਤਰੀਕੇ ਦੇ ਨਾਲ ਪਤਾ ਹੋਏਗਾ ਕਿ ਸਿੱਖੀ ਸਿਧਾਂਤਾਂ ਦੇ ਵਿੱਚ ਧਰਮ ਤੇ ਰਾਜਨੀਤੀ ਨੂੰ ਇਕੱਠਿਆਂ ਤੋੜ ਕੇ ਵੇਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਹ ਵੀ ਅਸੀਂ ਸਮਝਦੇ ਆਏ ਹਾਂ ਹੁਣ ਤੱਕ। ਲੇਕਿਨ ਤੁਸੀਂ ਕਹਿ ਰਹੇ ਹੋ ਕਿ ਰਾਜਨੀਤਿਕ ਬਿਆਨਬਾਜ਼ੀ ਕਰਨ ਵਾਲਾ ਉਹਨਾਂ ਦਾ ਸੁਭਾਅ ਹੈ, ਉਹਨਾਂ ਦੇ ਸੁਭਾਅ ਦੇ ਉੱਤੇ ਵੀ ਤੁਸੀਂ ਸਵਾਲ ਖੜਾ ਕਰ ਦਿੱਤਾ। ਭਾਈ ਸਾਹਿਬ ਸੁਣ ਲਓ ਜੀ, ਉਹ ਸੁਣ ਲਓ ਭਾਈ ਸਾਹਿਬ, ਸੁਣ ਲਓ ਜੀ। ਉਹ ਜਿਹੜੀ ਗੱਲ ਕਰ ਰਹੇ ਨੇ ਜਥੇਦਾਰ ਸਾਹਿਬ, ਉਹ ਰਾਜਨੀਤਿਕ ਬਿਆਨਬਾਜ਼ੀ ਆ। ਇਹ ਈਵੀਐਮ ਦੇ ਬਾਰੇ ਸਵਾਲ ਕਰਦੇ ਆ, ਸਾਡੇ ਲੋਕਤੰਤਰ ਦੇ ਬਾਰੇ ਸਵਾਲ ਉਠਾਉਂਦੇ ਆ। ਲੋਕਤੰਤਰ ਦੁਨੀਆ ਦਾ ਸਭ ਤੋਂ ਬੜਾ ਲੋਕਤੰਤਰ ਆ, ਪੂਰੀ ਦੁਨੀਆ ਸਾਡੀ ਡੈਮੋਕ੍ਰੇਸੀ ਦਾ ਸਤਿਕਾਰ ਕਰਦੀ ਆ। ਜਥੇਦਾਰ ਸਾਹਿਬ ਨੂੰ ਕਿੱਦਾਂ ਲੱਗਦਾ ਕਿ ਅਸੀਂ ਏਦਾਂ ਹੀ ਪਾਵਰ ਕੈਪਚਰ ਕੀਤੀ ਹੋਈ ਹੈ? ਲੋਕਾਂ ਦੀ ਸਰਕਾਰ ਆ, ਲੋਕਾਂ ਦੀ ਚੁਣੀ ਹੋਈ ਸਰਕਾਰ ਆ, ਉਸ ਦਾ ਅਪਮਾਨ ਕਰਨਾ, ਲੋਕਤੰਤਰ ਦਾ ਅਪਮਾਨ ਕਰਨਾ ਨਹੀਂ ਤਾਂ। ਗਰੇਵਾਲ ਸਾਹਿਬ, ਗੱਲ ਇੱਥੇ ਹੈ ਤੁਹਾਡਾ, ਇਹ ਤੱਥ ਬਿਲਕੁਲ ਠੀਕ ਹੈ ਕਿ ਦੁਨੀਆ ਮੰਨਦੀ ਹੈ ਇੰਡੀਆ ਦੀ ਡੈਮੋਕ੍ਰੇਸੀ ਨੂੰ। ਇੰਡੀਆ ਦੀ ਡੈਮੋਕ੍ਰੇਸੀ ਨੂੰ ਜੇ ਦੁਨੀਆ ਮੰਨਦੀ ਹੈ ਤਾਂ ਉਸੇ ਹੀ ਇੰਡੀਅਨ ਨੂੰ ਕੋਈ ਸਵਾਲ ਕਰਨ ਦਾ ਅਧਿਕਾਰ ਨਹੀਂ। ਨਹੀਂ, ਸਵਾਲ ਕਰਨ ਦਾ ਅਧਿਕਾਰ ਕੋਈ ਜੈਨੂਇਨ ਗੱਲ ਤੇ ਹੁੰਦਾ। ਕੋਈ ਜਿਸ ਤਰ੍ਹਾਂ ਦਾ ਉਹ ਸਵਾਲ ਕਰਦੇ ਨੇ, ਉਹ ਸੁਪਰੀਮ ਕੋਰਟ ਆਫ ਇੰਡੀਆ 'ਚ ਜਾ ਸਕਦੇ ਆ, ਉਹ ਇਹਦੀ ਜਾਂਚ ਕਰਵਾ ਸਕਦੇ ਆ, ਤੇ ਉਹ ਕਰਦੇ ਬਜਾਏ ਉਹ ਪੰਜਾਬ 'ਚ ਲਾਗੂ ਲਾਉਣ ਤੇ ਲੱਗੇ ਹੋਏ ਆ। ਇਹ ਤਰੀਕਾ ਉਹਨਾਂ ਦਾ। ਅੱਗੇ ਗੱਲ ਕਰਦੇ ਆ, ਤੁਸੀਂ ਕਿਹਾ ਕਿ ਅੱਧੀ ਦੁਨੀਆ ਉਹਨਾਂ ਨੂੰ ਜਥੇਦਾਰ ਮੰਨਦੀ ਹੈ, ਅੱਧੀ ਨਹੀਂ। ਤੁਹਾਡੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਕੌਣ? ਗਿਆਨੀ ਹਰਪ੍ਰੀਤ ਸਿੰਘ ਜਾਂ ਜਥੇਦਾਰ ਹਵਾਰਾ? ਦੇਖੋ, ਇਸ ਤਰ੍ਹਾਂ ਮੈਂ ਨਾ ਉਹਨਾਂ ਜਥੇਦਾਰਾਂ ਦੀ ਗੱਲ ਕਰਦਾ, ਨਾ ਇਹਨਾਂ ਜਥੇਦਾਰਾਂ ਦੀ। ਦੋਨਾਂ ਨਾਲ ਹੀ ਕੌਮ ਦਾ ਨੁਕਸਾਨ ਹੋ ਰਿਹਾ।
ਔਰ ਦੋਨਾਂ ਦੇ ਵਿਵਹਾਰ ਨਾਲ ਕੌਮ ਦਾ ਨੁਕਸਾਨ ਹੋਇਆ ਔਰ ਜਿਹੜੀ ਇਹ ਬਿਆਨਬਾਜ਼ੀ ਕਰਦੇ ਆ ਇਹਦੇ ਨਾਲ ਹੋਰ ਤੇ ਇਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮੈਂ ਵੀ ਮੰਨਦਾ ਸਰਵੋੱਚ ਸਿੱਖਾਂ ਦੀ ਸੰਸਥਾ ਹੈਗੀ ਹੈ, ਕ੍ਰਿਸਚਨ ਹੈਗਾ ਸਿੱਖਾਂ ਦਾ, ਪਰ ਇਹੋ ਜਿਹੇ ਵਿਅਕਤੀ ਉੱਥੇ ਨਹੀਂ ਬੈਠਣੇ ਚਾਹੀਦੇ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਤੇ ਤਿਆਗੀ ਤਪਸਵੀ ਲੋਕ ਬੈਠੇ ਨੇ। ਪਹਿਲਾਂ ਹੁਣ ਸੌਦਾ ਸਾਹਿਬ ਨੂੰ ਮਾਫੀ ਦਿੱਤੀ, ਕਦੇ ਸੌਦਾ ਸਾਹਿਬ ਨੂੰ ਸਜ਼ਾ ਲਾਤੀ, ਤਨਖਾਹੀਆ ਕਰਾਰ ਦਿੱਤਾ, ਤਨਖਾਹੀਆ ਕਰਾਰ ਦੇ ਕੇ ਕਦੇ ਕਿਸੇ ਨੂੰ ਮਾਫੀ ਹੋ ਸਕਦੀ ਹੈ? ਇਹ ਸਿੱਖੀ ਸਿਧਾਂਤ ਦੀ ਗੱਲ ਸੀ। ਜਿਸ ਵੇਲੇ ਸੋਧਾ ਸਾਹਿਬ ਨੂੰ ਮਾਫੀ ਦੇਣ ਦਾ ਮਾਮਲਾ ਸੀਗਾ ਉਸ ਵੇਲੇ ਤੁਹਾਡੀ ਸਰਕਾਰ ਦੇ ਵਿੱਚ ਵੀ ਗੱਠਜੋੜ ਸੀਗਾ, ਉਸ ਵੇਲੇ ਦਾ ਆਨੰਦ ਜੇਕਰ ਸ਼੍ਰੋਮਣੀ ਅਕਾਲੀ ਦਲ ਨੇ ਮਾਣਿਆ ਸੀ ਤਾਂ ਆਨੰਦ ਭਾਜਪਾ ਨੇ ਵੀ ਮਾਣਿਆ ਸੀ। ਅਸੀਂ ਆਨੰਦ ਦੀ ਗੱਲ ਹੀ ਮੰਨ ਰਹੇ ਸੀ ਭਾਈ, ਇਸ ਗੱਲ ਤੇ ਤਾਂ ਪ੍ਰਸ਼ਨ ਚਿੰਨ੍ਹ ਸੀਗਾ ਸਾਡੇ ਵੱਲੋਂ ਪਹਿਲਾਂ ਵੀ ਜੀ। ਅਕਾਲੀ ਆਨੰਦ ਨਹੀਂ ਮੰਨ ਰਹੇ ਸੀ, ਸਰਕਾਰ ਤਾਂ ਅਕਾਲੀ ਦਲ ਹੀ ਚਲਾ ਰਿਹਾ ਸੀ। ਠੀਕ ਹੈ, ਅੱਛਾ ਜੀ। ਔਰ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਦੀਆਂ ਗੱਲਾਂ ਹੋਈਆਂ, ਜਿਸ ਤਰ੍ਹਾਂ ਦੀ ਆ ਹੁਣ ਜਿਹੜੇ 328 ਸਵਰੂਪਾਂ ਦੀ ਗੱਲ ਆ ਸ਼੍ਰੀ ਸਾਹਿਬ ਜੀ ਦੇ, ਉਹਦੇ ਤੇ ਜਥੇਦਾਰ ਜੀ ਦਾ ਰੋਲ ਠੀਕ ਰਿਹਾ? ਬਿਲਕੁਲ ਠੀਕ ਨਹੀਂ ਹੈ। ਇੱਕ ਪਰਿਵਾਰ ਦੇ ਹਿੱਤ ਸਾਧਣ ਲਈ ਲੱਗੇ ਹੋਏ ਆ, 2022 ਦਾ ਚੁਣਾਵ ਲੜ ਰਹੇ ਜਥੇਦਾਰ ਜੀ। ਇਹਨਾਂ ਤੁਹਾਡੇ ਇਹਨਾਂ ਵਿਚਾਰਾਂ ਦੇ ਉੱਤੇ ਵੀ ਅਸੀਂ ਆਵਾਂਗੇ। ਤੁਸੀਂ ਨਾਲ ਦੀ ਨਾਲ ਇਹ ਵੀ ਗੱਲ ਕਹੀ ਕਿ ਜੀ ਗਿਆਨੀ ਹਰਪ੍ਰੀਤ ਸਿੰਘ ਸਿਰਫ ਤੇ ਸਿਰਫ EMPLOYE ਨੇ, EMPLOYE ਵਜੋਂ ਆਪਣੀ ਗੱਲ ਕਰਨ। ਇੱਕ ਤਰੀਕੇ ਦੇ ਨਾਲ ਵੇਖਿਆ ਜਾਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਸਿੱਖ ਆਪ ਕਹਿ ਰਿਹਾ ਕਿ ਤੁਸੀਂ ਇੱਕ ਨੌਕਰੀ ਦੇ ਉੱਤੇ ਹੈਗੇ ਹੋ, ਆਪਣੀ ਨੌਕਰੀ ਦੀ ਜ਼ਿੰਮੇਵਾਰੀ ਨਿਭਾਓ। ਉੱਥੇ ਦੂਸਰੇ ਉਲਟ ਪਾਸੇ ਜਿਹੜੀ ਸਰਕਾਰ ਕੇਂਦਰ ਦੇ ਵਿੱਚ ਰਹੀ, BJP ਦੀ ਜਿਹੜੀ ਸਰਕਾਰ ਕੇਂਦਰ ਦੇ ਵਿੱਚ ਰਹੀ, ਮੈਂ ਤੁਹਾਡੇ ਕਮੈਂਟ ਨੂੰ ਜੋੜਨ ਦੀ ਕੋਸ਼ਿਸ਼ ਕਰ ਰਿਹਾ ਜੀ। ਗਰੇਵਾਲ ਸਾਹਿਬ ਮੈਂ ਤੁਹਾਡੇ ਕੋਲ ਹੀ ਵਾਪਸ ਆ ਰਿਹਾ ਜੀ। ਗਰੇਵਾਲ ਸਾਹਿਬ ਤੁਸੀਂ EMPLOYE ਦਾ ਜ਼ਿਕਰ ਕੀਤਾ, ਤੁਹਾਡਾ ਪ੍ਰਧਾਨ ਮੰਤਰੀ, ਭਾਰਤ ਦਾ ਪ੍ਰਧਾਨ ਮੰਤਰੀ ਆਪਣੇ ਆਪ ਨੂੰ ਸੇਵਾਦਾਰ ਕਹਿ ਸਕਦਾ ਹੈ, ਚੌਕੀਦਾਰ ਕਹਿ ਸਕਦਾ ਹੈ, ਉਹ ਤੁਹਾਨੂੰ ਪ੍ਰਵਾਨ ਹੈਗਾ ਪ੍ਰਧਾਨ ਮੰਤਰੀ ਵਜੋਂ, ਲੇਕਿਨ ਜਥੇਦਾਰ ਸਾਹਿਬ ਨੂੰ ਤੁਸੀਂ EMPLOYE ਕਹਿ ਦੋ। ਇਹ ਕਿਸ ਹੱਦ ਤੱਕ ਵੇਖਣ ਦੀ ਤੇ ਸਮਝਣ ਦੀ ਕੋਸ਼ਿਸ਼ ਕੀਤੀ ਜਾਏ? ਅਰੇ ਭਈਆ ਸੁਣ ਲਓ ਗੱਲ। ਉਹਨਾਂ ਨੇ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਦਾ ਬੱਚਾ ਅਕਾਲੀ ਦਲ ਨੂੰ ਕਹਿ ਰਹੇ ਆ, ਔਰ ਤੁਸੀਂ ਇਹਦੇ ਬਾਰੇ ਕੀ ਕਹੋਗੇ? ਔਰ ਚੋਣਾਂ 'ਚ ਧਾਂਦਲੀ ਹੋਣ ਦੀ ਗੱਲ ਕਰਦੇ ਆ ਕਿ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਨ ਦੀ ਗੱਲ ਕਰਦੇ ਆ। ਮੈਂ ਕਿਹਾ ਲੋਕਤਾਂਤਰਿਕ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੁੰਦੀਆਂ ਨੇ, ਇਹਨਾਂ ਨੂੰ ਚਿੰਤਾ ਇਸ ਕਰਕੇ ਹੈ ਕਿ ਨਿਜ਼ਾਮ ਨਾ ਬਦਲ ਜੇ, ਕਿਉਂਕਿ ਉਸਦੇ EMPLOYE ਨੇ ਸ਼੍ਰੋਮਣੀ ਕਮੇਟੀ ਉਹਨਾਂ ਨੂੰ ਹਟਾ ਸਕਦੀ ਹੈ, ਉਹਨਾਂ ਨੂੰ ਲਾ ਸਕਦੀ ਹੈ, ਨਿਯੁਕਤੀ ਕਰ ਸਕਦੀ ਹੈ, ਇਸ ਕਰਕੇ ਇਦਾਂ ਦੀ ਗੱਲਾਂ ਕਰਦੇ ਨੇ। ਆਹ ਗੱਲ ਫਿਰ ਤੁਸੀਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਇੱਕ EMPLOYE ਸਮਝੋਗੇ? ਉਹ ਸੇਵਾਦਾਰ ਨੇ ਪੂਰੇ ਦੇਸ਼ ਦੇ। ਨਹੀਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੇ ਸੇਵਾਦਾਰ ਹੋ ਸਕਦੇ ਨੇ ਤਾਂ ਸਭ ਤੋਂ ਪਹਿਲਾਂ ਤਾਂ ਤਨਖਾਹ ਉਹਨਾਂ ਦੇ ਖਾਤੇ 'ਚ ਵੀ ਜਾਂਦੀ ਹੋਏਗੀ, ਉਹਨਾਂ ਨੂੰ ਤੁਸੀਂ EMPLOYE ਕਹੋਗੇ ਨਾ? ਜਿਹਦੇ ਖਾਤੇ 'ਚ ਤਨਖਾਹ ਜਾ ਰਹੀ ਉਹ EMPLOYE ਹੋਇਆ। ਜੇ ਤਨਖਾਹ ਖਾਤੇ 'ਚ ਜਾਂਦੀ ਹੈ, ਬਾਕੀ ਪ੍ਰਧਾਨ ਮੰਤਰੀਆਂ ਦੇ ਨਹੀਂ ਜਾਂਦੀ, ਕੋਈ ਗੁਨਾ ਤਨਖਾਹ ਲੈਣਾ? ਨਰਿੰਦਰ ਮੋਦੀ ਨੂੰ EMPLOYE ਭਾਵੇਂ 1 ਰੁਪਿਆ ਤਨਖਾਹ ਜਾਂਦੀ ਹੋਏ, ਨਰਿੰਦਰ ਮੋਦੀ ਨੂੰ ਤੁਸੀਂ EMPLOYE ਮੰਨੋਗੇ ਜਾਂ ਨਹੀਂ? ਅਰੇ ਭਾਈ EMPLOYE ਮੰਨਣਾ ਜਾਂ ਨਹੀਂ ਮੰਨਣਾ, ਕੋਈ ਤਨਖਾਹ ਲੈਣਾ ਬੁਰੀ। ਫਿਰ ਤੁਸੀਂ ਜਥੇਦਾਰ ਸਾਹਿਬ ਨੂੰ ਜੇਕਰ EMPLOYE ਕਹਿ ਦਿੱਤਾ, ਜਥੇਦਾਰ ਸਾਹਿਬ ਨੂੰ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੱਲ ਹੀ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਜਥੇਦਾਰ ਸਾਹਿਬ ਨੇ ਕਿ ਸਾਡੇ ਵੱਲ ਉਂਗਲ ਜੇਕਰ ਚੁੱਕੀ ਜਾਏ ਤਾਂ ਸਾਨੂੰ ਆਪਣੀ ਮੰਥਨ ਕਰਨਾ ਚਾਹੀਦਾ ਹੈ, ਤੇ ਤੁਸੀਂ ਅੱਜ ਇੱਕ ਹੋਰ ਉਂਗਲ ਚੁੱਕ ਕੇ ਉਹਨਾਂ ਨੂੰ ਬਤੌਰ ਸਿਰਫ ਇੱਕ ਮੁਲਾਜ਼ਮ ਵੇਖ ਰਹੇ ਹੋ। ਯਾਨੀ ਕਿ ਤੁਸੀਂ ਜਥੇਦਾਰ ਸਾਹਿਬ ਦੇ ਤੁਸੀਂ ਆਪਦੇ ਟੀਵੀ ਦੀ ਪਾਲਿਸੀ ਚਲਾਓ, ਤੁਹਾਡਾ ਅਗਲਾ ਟੀਵੀ ਦੀ ਪਾਲਿਸੀ ਦੀ ਗੱਲ ਅਸੀਂ ਬਾਅਦ ਚੋਂ ਕਰ ਲਾਂਗੇ। ਹਰਜੀਤ ਸਿੰਘ ਜੀ, ਮੈਂ ਸਿਰਫ ਤੇ ਸਿਰਫ ਤੁਹਾਡੇ ਬਿਆਨਾਂ ਦੇ ਉੱਤੇ, ਹਰਜੀਤ ਸਿੰਘ ਜੀ ਜੋ ਤੁਸੀਂ ਗੱਲ ਕਹੀ ਸਿਰਫ ਮੈਂ ਉਹਨੂੰ ਕੋਡ ਕਰਕੇ ਆਪਣਾ ਸਵਾਲ ਰੱਖ ਰਿਹਾ। ਮੇਰਾ ਸਵਾਲ ਕਿਸੇ ਵੀ ਬਾਹਰਲੇ ਸੋਰਸ ਤੋਂ ਨਹੀਂ ਹੈਗਾ। ਮੈਂ ਜੋ ਤੁਹਾਡਾ ਇੱਕ ਇੰਟਰਵਿਊ ਸੁਣਿਆ, ਮੈਂ ਉਹਨੂੰ 1 ਮਿੰਟ ਦਾ ਸੁਣਨਾ ਸੀ, ਲੇਕਿਨ ਮੈਂ ਫਿਰ ਪੂਰਾ ਸੁਣਿਆ। ਮੇਰਾ ਮਨ ਕੀਤਾ ਤੁਹਾਡੇ ਨਾਲ ਗੱਲ ਕਰ ਲਿੱਤੀ ਜਾਏ। ਤੁਸੀਂ ਹੁਣ ਤੱਕ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਨੇ, ਇਸ ਸਵਾਲ ਦਾ ਵੀ ਜਵਾਬ ਦੇ ਦਿਓ ਤਾਂ ਕਿ ਅਸੀਂ ਅੱਗੇ ਵਧੀਏ। ਨਰਿੰਦਰ ਮੋਦੀ EMPLOYE ਨੇ ਜਾਂ ਨਹੀਂ, ਲੇਕਿਨ ਤੁਸੀਂ ਜਥੇਦਾਰ ਸਾਹਿਬ ਨੂੰ ਤਾਂ EMPLOYE ਕਹਿ ਦਿੱਤਾ। ਬਾਕੀ ਪ੍ਰਧਾਨ ਮੰਤਰੀਆਂ ਨੇ ਤਨਖਾਹ ਨਹੀਂ ਲਈ। ਬਾਕੀ ਪ੍ਰਧਾਨ ਮੰਤਰੀਆਂ ਦੀ ਅਸੀਂ ਗੱਲ ਨਹੀਂ ਕਰ ਰਹੇ, ਅਸੀਂ ਨਾ ਬਾਕੀ ਜਥੇਦਾਰਾਂ ਦੀ ਗੱਲ ਕਰ ਰਹੇ ਹਾਂ। ਕੋਈ ਗੱਲ ਨਹੀਂ ਹਰਜੀਤ ਸਿੰਘ ਜੀ, ਅਸੀਂ ਅੱਗੇ ਵਧਦੇ ਹਾਂ। ਹਰਜੀਤ ਸਿੰਘ ਜੀ ਅਸੀਂ ਅੱਗੇ ਵਧਦੇ ਹਾਂ। ਤੁਸੀਂ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ, ਮੈਂ ਮਾਰਕ ਕਰਕੇ ਰੱਖ ਲੈਣਾ। SGPC ਅਤੇ ਸ਼੍ਰੋਮਣੀ ਅਕਾਲੀ ਦਲ, ਤੁਸੀਂ ਕਿਹਾ ਕਿ ਇਹ ਦੋਨੋਂ ਵੱਖਰੀਆਂ ਹੋਣੀਆਂ ਚਾਹੀਦੀਆਂ ਨੇ, ਕਿਸੇ ਦੀ ਦਖਲਅੰਦਾਜ਼ੀ ਕਿਸੇ 'ਚ ਨਹੀਂ ਹੋਣੀ ਚਾਹੀਦੀ। ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ। ਜੇਕਰ ਅਜਿਹਾ ਹੈ ਤੇ ਭਾਜਪਾ ਅਤੇ RSS ਜੋ ਮਿਲ ਕੇ ਇੱਕ ਤਰੀਕੇ ਦੇ ਨਾਲ ਆਪਣੀ ਸਾਂਠ-ਗਾਂਠ ਦੇ ਨਾਲ ਜੋ ਇਸ ਵੇਲੇ ਵਤੀਰਾ ਪੰਜਾਬ ਦੇ ਵਿੱਚ ਹੋ ਰਿਹਾ ਹੈ, ਉਸ ਨੂੰ ਤੁਸੀਂ ਕੀ ਕਹੋਗੇ? ਤੁਹਾਨੂੰ ਵੀ ਨਹੀਂ ਕਹਿੰਦਾ ਕਿ RSS ਤੋਂ ਗਲੀਆਂ ਹੋਈਆਂ ਨੇ? ਸਰ ਭੈਰੇ ਨੂੰ ਵੀ ਪੁੱਛ ਲਈਏ, ਅਨਪੜ੍ਹ ਨੂੰ ਵੀ ਪੁੱਛ ਲਈਏ, ਅੰਨੇ ਨੂੰ ਵੀ ਪੁੱਛ ਲਈਏ, ਉਹ ਵੀ ਲਿਖ ਕੇ ਦੇਗਾ ਤੁਹਾਨੂੰ।
अरे भाई आरएसएस अलग संस्था है, वो समाजिक संस्था, बीजेपी पॉलिटिकल संस्था वो अलग हैगी आ। बीजेपी ਦਾ ਅਲੱਗ ਸੰਵਿਧਾਨ ਆ, बीजेपी ਦੀ ਅਲੱਗ ਚੋਣ ਹੁੰਦੀ ਆ। ਆਰਐਸਐਸ ਦਾ ਆਪਣਾ ਕਨਸਟੀਟਿਊਸ਼ਨ ਆ, ਉੱਥੇ ਕੋਈ ਮੈਂਬਰਸ਼ਿਪ ਨਹੀਂ ਹੈ, ਕੋਈ ਚੋਣ ਨਹੀਂ ਹੈ। ਠੀਕ ਹੈ ਗੱਲ। ਉਹ ਸਮਾਜਿਕ ਸੰਸਥਾ, ਉਹ ਦੁਨੀਆ ਦਾ ਸਭ ਤੋਂ ਬੜੀ ਸਮਾਜਿਕ ਸੰਸਥਾ, ਉਹ ਮਾਨਵ ਨਿਰਮਾਣ ਦੀ ਗੱਲ ਕਰਦੀ ਆ। ਇਹ ਸਾਰੀਆਂ ਚੀਜ਼ਾਂ ਆਰਐਸਐਸ ਆਪ ਦੱਸਦੀ ਹੈ, ਕੋਈ ਹੋਰ ਸੰਸਥਾ ਤਾਂ ਨਹੀਂ ਆ ਕੇ ਉਹਨੂੰ ਠੱਪਾ ਲਾ ਕੇ ਦਿੰਦੀ ਨਾ ਕਿ ਤੁਸੀਂ ਮਾਨਤਾ ਪ੍ਰਾਪਤ ਇਹ ਵੱਡੀ ਸੰਸਥਾ, ਮਾਨਤਾ ਪ੍ਰਾਪਤ ਇਹ ਭਾਜਪਾ ਦੀ ਸੰਸਥਾ। ਇਹ ਨਾ ਆਰਐਸਐਸ ਦੱਸਦੀ ਹੈ ਨਾ ਬੀਜੇਪੀ। ਜਥੇਦਾਰ ਸਾਹਿਬ ਦੇ ਬਿਆਨ ਦੇ ਉੱਤੇ ਅਸੀਂ ਵਾਪਸ ਮੁੜਾਂਗੇ। ਤੁਸੀਂ ਸਾਫ਼ ਤੌਰ ਦੇ ਉੱਤੇ ਕਿਹਾ ਕਿ ਜੀ ਜੋ ਤੁਹਾਡਾ ਮੈਂ ਇੰਟਰਵਿਊ ਸੁਣਿਆ ਕਿ ਉਹ ਤੁਹਾਡੇ ਬਿਆਨ ਜੋ ਸੀਗੇ ਉਹ ਉਸ ਦੇ ਉੱਤੇ ਚਰਚਾ ਕਰਨੀ ਬਣਦੀ ਹੈ। ਗਰੇਵਾਲ ਸਾਹਿਬ, ਆਰਐਸਐਸ ਦੇ ਸੰਸਥਾਪਕ ਨੇ ਜੋ ਕੁਝ ਸਿੱਖ ਧਰਮ ਦੇ ਬਾਰੇ ਕਿਹਾ, ਤੁਸੀਂ ਕਹਿੰਦੇ ਹੋ ਕਿ ਆਰਐਸਐਸ ਦੇ ਸੰਸਥਾਪਕ ਨੇ ਲਿਖ ਕੇ ਦੇ ਦਿੱਤਾ ਕਿ ਜੀ ਸਿੱਖ ਕੌਮ ਇੱਕ ਵੱਖਰੀ ਕੌਮ ਹੈ। ਤੁਹਾਨੂੰ ਉਹਨਾਂ ਦੇ ਲਿਖਤੀ ਪੱਤਰ ਦੇ ਉੱਤੇ ਠੱਪੇ ਦੀ ਲੋੜ ਹੈ ਕਿ ਸਿੱਖ ਕੌਮ ਨੂੰ ਆਰਐਸਐਸ ਤੋਂ ਇਸ ਵੇਲੇ ਲੋੜ ਹੋਏਗੀ ਕਿ ਤੁਸੀਂ ਮਾਨਤਾ ਦਿਵੋ ਸਾਨੂੰ। ਅਰੇ ਭਾਈ, ਅਕਾਲ ਤਖਤ ਸਾਹਿਬ ਤੋਂ ਉਸ ਵੇਲੇ ਹੁਕਮ ਆਇਆ ਸੀ ਕਿ ਉਸ ਵੇਲੇ ਦੇ ਜਥੇਦਾਰ ਨੇ ਕੀਤਾ ਸੀ, ਸੁਣ ਲਿਆ ਕਰੋ ਗੱਲ ਤੇ ਸਮਝ ਵੀ ਲਿਆ ਕਰੋ। ਸਰ ਸੁਣ ਵੀ ਰਹੇ ਆ ਤੇ ਸਮਝ ਵੀ ਰਹੇ ਆ ਤੇ ਸਰ ਤੁਹਾਡੀ ਗੱਲ ਨੂੰ ਦੁਹਰਾ ਕੇ ਮੈਂ ਗੱਲ ਕਰ ਰਿਹਾ। ਨਹੀਂ ਮੈਨੂੰ ਮੇਰੀ ਗੱਲ ਕਹਿ ਲੈਣ ਦਿਓ। ਤੁਸੀਂ ਆਪਣੀ ਗੱਲ ਰੱਖੋ ਸਰ, ਉਸ ਤੋਂ ਬਾਅਦ ਮੈਂ ਅਗਲਾ ਤੁਹਾਡਾ ਪੁਆਇੰਟਰ ਰੱਖਾਂਗਾ ਪਲੀਜ਼ ਜੀ। ਤਰ੍ਹਾਂ ਕਿ ਉਸ ਵੇਲੇ ਉਹਨਾਂ ਨੇ ਕਿਹਾ ਸੀ ਕਿ ਆਰਐਸਐਸ ਸਿੱਖਾਂ ਨੂੰ ਇੱਕ ਅਲੱਗ ਕੌਮ ਨਹੀਂ ਬਣਦੀ, ਇੱਕ ਪੰਥ ਬਣਦੀ ਹੈ। ਉਹਨਾਂ ਨੇ ਰਿਟਨ ਚ ਲੈਟਰ ਦਿੱਤਾ ਪਰਮ ਪੂਜਨੀय ਸਰਸੰਘ ਚਾਲਕ ਮੁਸਤਫਾ ਦੇ ਸ਼ਰਦੇ ਸੁਦਰਸ਼ਨ ਜੀ ਨੇ ਕਿ ਭਾਈ ਆਰਐਸਐਸ ਇਹ ਮੰਨਦੀ ਹੈ ਕਿ ਸਿੱਖ ਇੱਕ ਵੱਖਰਾ ਧਰਮ ਆ, ਅਲੱਗ ਕੌਮ ਆ। ਹਾਂਜੀ, ਤੇ ਉਹਦੇ ਚ ਕੀ ਇਤਰਾਜ਼ ਹੋ ਸਕਦਾ ਜੇ ਅਕਾਲ ਤਖਤ ਸਾਹਿਬ ਨੇ ਕਿਹਾ ਤੇ ਉਹਨਾਂ ਨੇ ਉਹਦਾ ਮੰਨ ਲਿਆ ਤੇ ਲਿਖ ਕੇ ਦਿੱਤਾ ਤੇ ਉਹਦੇ ਚ ਕੀ ਹਰਜ ਹੋ ਗਿਆ ਜੀ? ਜਥੇਦਾਰ ਸਾਹਿਬ ਜੀ, ਟੀਵੀ ਦਾ ਇਹੀ ਕੰਮ ਹੋ ਗਿਆ। ਤੁਹਾਡਾ ਇਹੀ ਬਿਆਨ ਸੀਗਾ, ਤੁਹਾਡਾ ਇਸ ਤੋਂ ਪਹਿਲੇ ਵੀ ਇਹੀ ਬਿਆਨ ਸੀ। ਮੈਂ ਤੁਹਾਡੀ ਸ਼ਲਾਘਾ ਇਹ ਕਰਾਂਗਾ ਕਿ ਤੁਸੀਂ ਆਪਣੇ ਬਿਆਨ ਤੋਂ ਪਲਟੇ ਨਹੀਂ। ਤੁਹਾਡਾ ਪਹਿਲਾਂ ਵੀ ਇਹੀ ਬਿਆਨ ਸੀਗਾ ਕਿ ਜਥੇਦਾਰ ਸਾਹਿਬ ਨੇ ਆਰਐਸਐਸ ਨੂੰ ਲੈ ਕੇ ਕੁਝ ਸਪਸ਼ਟੀਕਰਨ ਦਿੱਤਾ, ਕੁਝ ਬਿਆਨਬਾਜ਼ੀ ਕੀਤੀ, ਜਿਸ ਦੇ ਉੱਤੇ ਤੁਸੀਂ ਕਿਹਾ ਕਿ ਆਰਐਸਐਸ ਨੂੰ ਕਿਸੇ ਵੀ ਤਰੀਕੇ ਦੇ ਸਰਟੀਫਿਕੇਟ ਦੀ ਲੋੜ ਜਥੇਦਾਰ ਸਾਹਿਬ ਤੋਂ ਨਹੀਂ ਹੈ। ਤੁਸੀਂ ਇਹ ਗੱਲ ਨੂੰ ਕਿਹਾ ਤੇ ਹੁਣ ਤੁਸੀਂ ਇਹ ਕਹਿੰਦੇ ਹੋ ਕਿ ਲੇਕਿਨ ਸਿੱਖ ਪੰਥ ਆਰਐਸਐਸ ਦੀ ਮਾਨਤਾ ਨੂੰ ਮੰਨੇ ਕਿ ਸਿੱਖ ਇੱਕ ਵੱਖਰੀ ਕੌਮ ਹੈ। ਕਿਉਂ? ਸਾਡਾ ਹੋਂਦ, ਸਾਡੀ ਕੌਮ, ਸਾਡਾ ਇਤਿਹਾਸ, ਸਾਡਾ ਵਿਰਸਾ ਇਹ ਦਰਸਾਉਂਦਾ ਕਿ ਅਸੀਂ ਵੱਖਰੀ ਕੌਮ ਆ। ਅਸੀਂ ਆਰਐਸਐਸ ਦੇ ਸਰਟੀਫਿਕੇਟ ਨੂੰ ਕਿਉਂ ਮੰਨੀਏ? ਅਕਾਲ ਤਖਤ ਸਾਹਿਬ ਨੇ ਕਿਹਾ ਤਾਂ ਲਿਖ ਕੇ ਦਿੱਤਾ। ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਇਸ ਵੇਲੇ ਆਪਣੀ ਇਤਰਾਜ਼ਗੀ ਜਤਾ ਰਹੇ ਹੋ ਜਾਂ ਤੁਸੀਂ ਆਰਐਸਐਸ ਦੇ ਮਾਨਤਾ ਨੂੰ ਉੱਪਰ ਰੱਖ ਰਹੇ ਹੋ? ਅਰੇ ਭਾਈ, ਮੈਂ ਤਾਂ ਆਰਐਸਐਸ ਦਾ ਸੇਵਕ ਹਾਂ, ਮੈਨੂੰ ਇਸ ਤੇ ਫਖਰ ਆ। ਸਮਝ ਗੱਲ? ਤੁਹਾਨੂੰ ਸਿੱਖ ਹੋਣ ਤੇ ਫਖਰ ਪਹਿਲਾਂ ਹੈ ਜਾਂ ਆਰਐਸਐਸ ਦਾ ਸੇਵਕ ਹੋਣ ਤੇ ਪਹਿਲਾਂ ਫਖਰ ਹੈ? ਮੈਨੂੰ ਦੋਨਾਂ ਚੀਜ਼ਾਂ ਤੇ ਫਖਰ ਹੈ। ਪਹਿਲਾ ਫਖਰ ਕਿਹਦੇ ਤੇ ਹੋਏਗਾ ਤੁਹਾਨੂੰ? ਬੱਚਾ ਵੀ ਜੰਮਦਾ ਤੇ ਪਹਿਲਾ ਸ਼ਬਦ ਮਾਂ ਕਹਿੰਦਾ। ਤੁਹਾਡੇ ਲਈ ਪਹਿਲਾ ਸ਼ਬਦ ਕੀ ਹੋਏਗਾ, ਸਿੱਖੀ ਜਾਂ ਆਰਐਸਐਸ? ਮੈਨੂੰ ਪਹਿਲਾਂ ਉਹ ਗੱਲ ਸੁਣ ਲਓ, ਮੈਨੂੰ ਪਹਿਲਾਂ ਹਿੰਦੁਸਤਾਨੀ ਹੋਣ ਤੇ ਫਖਰ ਆ। ਚਲੋ ਮੰਨ ਲਿਆ। ਉਸ ਤੋਂ ਬਾਅਦ ਚਲੋ ਠੀਕ ਹੈ, ਤੁਸੀਂ ਭਾਰਤੀ ਹੋਣ ਤੇ ਫਖਰ ਕਰਦੇ ਹੋ, ਬਿਲਕੁਲ ਵਧੀਆ। ਇਹ ਤੁਹਾਡਾ ਸਵਾਲ ਬੜਾ ਬਿਲਕੁਲ ਠੀਕ ਸੀਗਾ, ਜਵਾਬ ਤੁਸੀਂ ਬੜਾ ਵਧੀਆ ਦਿੱਤਾ, ਤੁਹਾਨੂੰ ਭਾਰਤੀ ਹੋਣ ਤੇ ਫਖਰ ਹੈ। ਉਸ ਤੋਂ ਬਾਅਦ ਦੂਸਰਾ ਫਖਰ ਤੁਹਾਨੂੰ ਕਿਹੜਾ? ਸਿੱਖ ਹੋਣ ਤੇ ਜਾਂ ਆਰਐਸਐਸ ਦਾ ਸੇਵਕ ਹੋਣ ਤੇ? ਮੈਨੂੰ ਗੁਰੂ ਨਾਨਕ ਨਾਮ ਲੈਵਾ ਹੋਣ ਤੇ ਵੀ ਫਖਰ ਆ, ਮੈਨੂੰ ਆਰਐਸਐਸ ਦਾ ਸੇਵਕ ਹੋਣ ਤੇ ਵੀ ਫਖਰ ਆ। ਪਹਿਲਾ ਮੈਂ ਉਹਦਾ ਸੇਵਕ ਹਾਂ, ਇਸ ਚੀਜ਼ ਦਾ ਪਹਿਲਾ ਮੈਂ ਅੱਛੇ ਕੰਮ ਕਰਦਾ। ਪਹਿਲਾ ਹਰਜੀਤ ਸਿੰਘ ਜੀ, ਮੈਨੂੰ ਫਿਰ ਬਾਅਦ ਦੇ ਵਿੱਚ ਇਹ ਵੀ ਸਵਾਲ ਪੁੱਛਣਾ ਪਏਗਾ ਕਿ ਮੈਂ ਭਾਜਪਾ ਦੇ ਆਗੂ ਨਾਲ ਗੱਲ ਕਰ ਰਿਹਾ ਸੀ ਜਾਂ ਇੱਕ ਸਿੱਖ ਵਿਅਕਤੀ ਦੇ ਨਾਲ। ਇਸ ਕਰਕੇ ਮੇਰਾ ਇਹ ਸਵਾਲ ਸੀਗਾ ਕਿ ਤੁਸੀਂ ਦੱਸੋ ਕਿ ਤੁਸੀਂ ਪਹਿਲਾਂ ਭਾਰਤੀ ਹੋਣ ਤੇ ਫਖਰ ਕਰਦੇ ਹੋ, ਉਸ ਤੋਂ ਬਾਅਦ? ਮੇਰੀ ਗੱਲ ਸੁਣੋ, ਭਾਜਪਾ ਤੋਂ ਬਿਨਾਂ ਕੀ ਹੈਸੀਅਤ ਹੈ ਜੀ? ਕਿਹਦੀ? ਭਾਜਪਾ ਦਾ ਆਗੂ ਹੋਣ ਤੇ ਗੱਲ ਕਰ ਰਹੇ ਹਾਂ। ਹਾਂ, ਭਾਜਪਾ ਤੋਂ ਬਿਨਾਂ ਕੋਈ ਹੈਸੀਅਤ ਨਹੀਂ ਹੈ। ਤੁਹਾਡੀ ਸਿੱਖ ਹੋਣ ਤੇ ਕੋਈ ਹੈਸੀਅਤ ਨਹੀਂ ਹੈ। ਅੱਜ ਤੁਸੀਂ ਭਾਜਪਾ ਨੂੰ ਲੱਤ ਮਾਰ ਦਿਓ, ਜੇਕਰ ਭਾਜਪਾ ਦੀ ਕੁਰਸੀ ਨੂੰ ਜੇਕਰ ਤੁਸੀਂ ਅੱਜ ਲੱਤ ਮਾਰ ਦਿਓ ਤਾਂ ਤੁਹਾਡੇ ਚਿਹਰੇ ਨੂੰ, ਤੁਹਾਡੀ ਸ਼ਖਸੀਅਤ ਨੂੰ ਦੇਖ ਕੇ ਲੱਖਾਂ ਦੀ ਗਿਣਤੀ 'ਚ ਲੋਕ ਤੁਹਾਡੇ ਨਾਲ ਖੜੇ ਨਹੀਂ ਹੋਣਗੇ। ਪਤਾ ਨਹੀਂ ਹੋਣਗੇ ਜਾਂ ਨਹੀਂ ਹੋਣਗੇ, ਮੈਂ ਤਾਂ ਇੱਥੇ ਕੋਈ ਮਤਲਬ ਤੁਸੀਂ ਸਿੱਖੀ ਤੇ ਵਿਸ਼ਵਾਸ ਨਹੀਂ ਰੱਖਦੇ? ਤੁਹਾਨੂੰ ਭਾਜਪਾ ਦੀ ਕੁਰਸੀ ਤੇ ਜ਼ਿਆਦਾ ਵਿਸ਼ਵਾਸ ਹੈ? ਤੁਹਾਨੂੰ ਭਾਜਪਾ ਦੇ ਅਹੁਦੇ ਦੇ ਉੱਤੇ ਜ਼ਿਆਦਾ ਵਿਸ਼ਵਾਸ ਹੈ? ਗਰੇਵਾਲ ਸਾਹਿਬ, ਤੁਸੀਂ ਆਪ ਕਹਿ ਦਿੱਤਾ ਕਿ ਭਾਜਪਾ ਦੇ ਜੇਕਰ ਅਹੁਦਾ ਮੇਰੇ ਕੋਲ ਨਾ ਹੁੰਦਾ ਤੇ ਮੇਰੀ ਹੈਸੀਅਤ ਕੀ ਸੀ? ਤੁਸੀਂ ਮੇਰੇ ਨਾਲ ਗੱਲ ਨਹੀਂ ਕਰਨੀ, ਹੋਰ ਇੱਥੇ ਬਹੁਤ ਕਮ ਕਿਸੇ ਨੇ ਕਰਦੇ ਆ ਬੰਦ। ਗਰੇਵਾਲ ਸਾਹਿਬ, ਸਿਰਫ ਮੈਂ ਇੰਨਾ ਕੁ ਸਵਾਲ ਕੀਤਾ ਸੀ ਕਿ ਤੁਹਾਡਾ ਪਹਿਲਾ ਭਾਰਤੀ ਹੋਣ ਤੇ ਤੁਹਾਨੂੰ ਪ੍ਰਾਊਡ ਹੈ, ਉਸ ਤੋਂ ਬਾਅਦ ਤੁਹਾਨੂੰ ਪ੍ਰਾਊਡ ਆਰਐਸਐਸ ਦਾ ਸੇਵਕ ਹੋਣ ਤੇ ਜਾਂ ਸਿੱਖ ਹੋਣ ਤੇ? ਤੁਸੀਂ
ਦੋਨਾਂ ਨੂੰ ਇਕੱਠੇ ਰੱਖ ਰਹੇ। ਐਂਟੀ ਸਿੱਖ ਐਂਟੀ ਕੰਟਰੀ ਸਾਨੂੰ ਜੰਦੀ ਕਰਦੇ ਰਹੇ। ਮੈਨੂੰ ਸਿੱਖ ਹੋਣ ਤੇ ਮਾਣ ਹੈ। ਇਹ ਆਪਣੀ ਗੱਲ ਕਰਦਿਆਂ ਹੋਇਆ ਅਕਾਲ ਚੈਨਲ ਦੇ ਸਵਾਲ ਸੀਗੇ, ਉਹਨਾਂ ਨੂੰ ਐਂਟੀ ਸਿੱਖ ਕਹਿ ਕੇ ਗਏ ਨੇ। ਸਾਡੇ ਕੋਲ ਉਹਨਾਂ ਦੇ ਕਈ ਬਿਆਨ ਸੀਗੇ ਜੋ ਉਹਨਾਂ ਨੇ ਪੱਤਰਕਾਰਾਂ ਨੂੰ ਟੀਵੀ ਚੈਨਲਾਂ ਦੇ ਉੱਤੇ ਭਾਰਤੀ ਮੀਡੀਆ ਦੇ ਵਿੱਚ ਦਿੱਤੇ। ਜੇਕਰ ਕੋਈ ਸਿੱਖ ਪੱਤਰਕਾਰ ਹੁੰਦਾ ਤੇ ਉਹ ਸਵਾਲ ਕਰ ਲੈਂਦਾ ਉਲਟਾ ਕੀ ਜੀ ਤੁਸੀਂ ਗੱਲ ਕੀ ਕਰ ਰਹੇ ਹੋ, ਤੁਹਾਡੇ ਬਿਆਨ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕੋਈ ਸਿੱਖ ਬੰਦਾ ਪੁੱਛ ਲੇ ਤਾਂ ਤੁਸੀਂ ਜਵਾਬ ਦੇ ਸਕੋਗੇ? ਨਹੀਂ, ਇਹੀ ਗੱਲ ਹੈਗੀ ਹੈ ਭਾਜਪਾ ਦੇ ਆਗੂਆਂ ਦੇ ਵਿੱਚ। ਉਹ ਇਸ ਵੇਲੇ ਉਹਨਾਂ ਦੇ ਉੱਤੇ ਜ਼ਿੰਮੇਵਾਰੀ ਪੰਜਾਬ ਦੀ ਪੈ ਰਹੀ ਹੈ, ਕਿਸਾਨਾਂ ਦੇ ਮੋਰਚਿਆਂ ਦੀ ਜ਼ਿੰਮੇਵਾਰੀ ਪੈ ਰਹੀ ਹੈ। ਸਾਰੇ ਪਾਸੇ ਉਹਨਾਂ ਨੇ ਆਪਣੇ ਵੱਲੋਂ ਸੰਯਮ ਬਣਾ ਕੇ ਰੱਖਣਾ, ਬੈਲੈਂਸ ਬਣਾ ਕੇ ਰੱਖਣਾ। ਇੱਕ ਸਿਆਸਤਦਾਨ ਦੀ ਇਹ ਸੇਵਾ ਹੁੰਦਾ, ਸਿਆਸਤਦਾਨ ਦਾ ਧਰਮ ਹੈ। ਲੇਕਿਨ ਆਪਣੇ ਧਰਮ ਤੋਂ ਉੱਪਰ ਇੱਕ ਸੰਸਥਾ ਨੂੰ ਰੱਖ ਦੇਣਾ, ਇਹ ਹਰਜੀਤ ਸਿੰਘ ਗਰੇਵਾਲ ਜਵਾਬ ਨਹੀਂ ਦੇ ਸਕੇ। ਅਕਾਲ ਚੈਨਲ ਨੂੰ ਐਂਟੀ ਸਿੱਖ ਚੈਨਲ ਕਹਿ ਕੇ ਗਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਅਸੀਂ ਹੋਰਨਾਂ ਜਥੇਬੰਦੀਆਂ ਦੇ ਨਾਲ, ਸਿਆਸੀ ਪਾਰਟੀਆਂ ਦੇ ਨਾਲ ਗੱਲ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜੇਕਰ ਭਾਜਪਾ ਦਾ ਆਗੂ ਇਹ ਕਹਿ ਦਵੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਮਾਨਸਿਕ ਤੌਰ ਦੇ ਉੱਤੇ ਬਿਮਾਰ ਹੈ ਤਾਂ ਉਹ ਫਿਰ ਇਹ ਕਵੇ ਕਿ ਜੀ ਮੈਂ ਭਾਜਪਾ ਜੇਕਰ ਹੈ ਤਾਂ ਹੀ ਮੇਰੀ ਹੋਂਦ ਹੈ। ਮਤਲਬ ਬਤੌਰ ਸਿੱਖ ਉਹ ਆਪਣੀ ਹੋਂਦ, ਆਪਣੀ ਪਹਿਚਾਣ, ਆਪਣੀ ਸ਼ਖਸੀਅਤ ਨੂੰ ਕਿਸੇ ਤਰੀਕੇ ਦੇ ਨਾਲ ਗਿਣਦਾ ਹੀ ਨਹੀਂ। ਜੇਕਰ ਉਹ ਇਸ ਚੀਜ਼ ਨੂੰ ਨਹੀਂ ਗਿਣਦਾ ਤੇ ਅਸੀਂ ਉਹਨਾਂ ਦੇ ਇਸ ਬਿਆਨ ਨੂੰ ਨਹੀਂ ਮੰਨਦੇ, ਅਸੀਂ ਉਹਨਾਂ ਦੇ ਇਸ ਗੱਲ ਨੂੰ ਨਹੀਂ ਮੰਨਦੇ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਬਤ ਇਹ ਗੱਲ ਕਰ ਲੈਣ। ਤੁਸੀਂ ਜਗਤਾਰ ਹਵਾਰਾ ਨੂੰ ਜਥੇਦਾਰ ਨਹੀਂ ਸੁਣਦੇ, ਨਾ ਮੰਨਦੇ ਹੋ। ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਨਦੇ ਨਹੀਂ। ਜਦ ਤੱਕ ਤੁਹਾਡੀ ਪੋਲੀਟੀਕਲ ਗੱਠਜੋੜ ਸੀਗਾ ਤਦ ਤੱਕ ਤੁਹਾਡੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਸਿਧਾਂਤ, ਸਿੱਖਾਂ ਦਾ ਸਰਵੋਪਰੀ ਸਥਾਨ ਮੰਨਿਆ ਜਾਂਦਾ ਸੀ। ਅੱਜ ਤੁਹਾਡਾ ਪੋਲੀਟੀਕਲ ਗੱਠਜੋੜ ਟੁੱਟ ਗਿਆ ਤੇ ਤੁਹਾਡੇ ਸਿੱਖੀ ਸਿਧਾਂਤਾਂ ਤੋਂ ਵੀ ਗੱਠਜੋੜ ਟੁੱਟ ਗਿਆ। ਇਹ ਤਾਂ ਫੋਨ ਕੱਟ ਗਏ, ਨਹੀਂ ਤਾਂ 1 ਮਿੰਟ ਦੇ ਲਈ ਮੈਂ ਕਹਿ ਦਿੰਦਾ ਨਾ ਕਿ ਗੁਰੂ ਨਾਨਕ ਦੇਵ ਜੀ ਬਾਬਤ 1 ਮਿੰਟ ਗੱਲ ਕਰ ਜੋ, ਸਿੱਖੀ ਫਲਸਫੇ ਤੋਂ ਇਲਾਵਾ ਚੌਥਾ ਸ਼ਬਦ ਉਹਨਾਂ ਦੇ ਕੋਲ ਆਣਾ ਨਹੀਂ ਸੀ। ਇਹ ਅਸੀਂ ਹਲੇ ਵੀ ਗਰੇਵਾਲ ਸਾਹਿਬ ਨੂੰ ਸਮਾਂ ਦੇ ਰਹੇ ਹਾਂ ਕਿ ਉਹ ਮੁੜ ਤੋਂ ਅਕਾਲ ਚੈਨਲ ਦੇ ਉੱਤੇ ਆਪਣੀ ਗੱਲ ਰੱਖ ਸਕਣ। ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਉਹਨਾਂ ਦਾ ਕੋਈ ਬਿਆਨ ਇਸ ਤੋਂ ਭਟਕ ਕੇ ਜੋ ਉਹਨਾਂ ਦੇ ਸ਼ਬਦ ਸੀਗੇ ਇਸ ਤੋਂ ਭਟਕ ਕੇ ਕੁਝ ਵੀ ਉਹਨਾਂ ਨੇ ਕਿਹਾ ਤੇ ਅਸੀਂ ਉਹ ਵੀ ਆਪਣੇ ਦਰਸ਼ਕਾਂ ਨੂੰ ਦਿਖਾਵਾਂਗੇ ਤਾਂ ਕਿ ਉਹਨਾਂ ਦੇ ਮਨ 'ਚ ਇਹ ਗੱਲ ਨਾ ਰਹਿ ਜੇ ਕਿ ਜੀ ਮੈਂ ਸਪਸ਼ਟੀਕਰਨ ਵੀ ਦਿੱਤਾ ਸੀ ਤੇ ਮੇਰਾ ਸਪਸ਼ਟੀਕਰਨ ਚਲਾਇਆ ਨਹੀਂ ਗਿਆ। ਕੋਸ਼ਿਸ਼ ਅਸੀਂ ਇੱਕ ਵਾਰ ਫਿਰ ਤੋਂ ਕੀਤੀ ਹੈ ਗਰੇਵਾਲ ਸਾਹਿਬ ਨੂੰ ਕਾਲ ਕਰਨ ਦੀ, ਲੇਕਿਨ ਉਹਨਾਂ ਦਾ ਫੋਨ ਮਿਲਿਆ ਨਹੀਂ ਜਾਂ ਉਹਨਾਂ ਨੇ ਚੱਕਿਆ ਨਹੀਂ। ਕੁਝ ਅਜਿਹੀ ਜਾਣਕਾਰੀ ਦਿੱਤੀ ਗਈ ਹੈ। ਬਹਿਰਾਲ ਅਕਾਲ ਚੈਨਲ ਦਾ ਮਕਸਦ ਸਿਰਫ ਇੰਨਾ ਹੀ ਹੈ ਕਿ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਉੱਪਰ ਕੋਈ ਕਿੰਤੂ ਪਰੰਤੂ ਕਰ ਰਿਹਾ ਹੈ ਉਸ ਦੇ ਕੋਲੋਂ ਸਪਸ਼ਟੀਕਰਨ ਲੈ ਲਿੱਤਾ ਜਾਏ। ਕੁਝ ਹੋਰ ਚੀਜ਼ਾਂ ਸੀਗੀਆਂ ਜੋ ਹਰਜੀਤ ਸਿੰਘ ਗਰੇਵਾਲ ਹੋਣਾ ਨੇ ਕਹੀਆਂ, ਜਿਸ ਸਵਾਲ ਤੱਕ ਉਹ ਪਹੁੰਚਿਆ ਹੀ ਨਹੀਂ। ਯਾਨੀ ਕਿ ਗੱਲ ਸਪਸ਼ਟ ਹੈ ਜੀ, ਜੇਕਰ ਗੈਰ ਸਿੱਖ ਪੱਤਰਕਾਰ ਤੁਹਾਡੇ ਤੋਂ ਆਵਾ ਤਵਾ ਸਵਾਲ ਕਰਦਾ ਰਹੇ, ਤੁਸੀਂ ਆਵਾ ਤਵਾ ਬੋਲਦੇ ਰਹੋ, ਉਹ ਤੁਹਾਨੂੰ ਪ੍ਰਵਾਨ ਹੈ। ਮੈਂ ਇਸ ਵੇਲੇ ਆਪ ਕਹਿ ਰਿਹਾ ਕਿ ਮੈਂ ਬਤੌਰ ਸਿੱਖ ਉਹਨਾਂ ਤੋਂ ਇਹ ਸਵਾਲ ਨਹੀਂ ਕੀਤੇ, ਉਹਨਾਂ ਦੀ ਵਿਚਾਰ ਸੁਣੇ, ਮੈਂ ਉਹਨਾਂ ਦੇ ਵਿਚਾਰਾਂ ਤੋਂ ਸਵਾਲ ਬਣਾਏ ਤੇ ਉਹ ਗੱਲ ਕੀਤੀ। ਲੇਕਿਨ ਜੇਕਰ ਅਸੀਂ ਗੱਲ ਕਰ ਰਹੇ ਹਾਂ, ਇੱਕ ਪੰਥਕ ਚੈਨਲ ਗੱਲ ਕਰ ਰਿਹਾ, ਉਸ ਨੂੰ ਇਹ ਐਂਟੀ ਚੈਨਲ, ਐਂਟੀ ਏਜੰਡਾ ਸਿੱਖਾਂ ਦੇ ਲਈ ਪ੍ਰਮੋਟ ਕਰਕੇ ਗਏ ਨੇ। ਜੋ ਆਪ ਮੰਨਦੇ ਨੇ ਕਿ ਮੈਨੂੰ ਸਿੱਖ ਹੋਣ ਤੇ ਫਕਰ ਨਹੀਂ, ਕਹਿ ਨਹੀਂ ਪਾਏ, ਮੈਨੂੰ RSS ਹੋਣ ਦੇ ਉੱਤੇ ਫਕਰ ਹੈ, ਇਹ ਗੱਲ ਕਹਿ ਗਏ। ਭਾਜਪਾ ਦੀ ਹੋਂਦ ਹੈ ਤਾਂ ਮੇਰੀ ਹੋਂਦ ਹੈ, ਇਹ ਵੀ ਗੱਲ ਨੂੰ ਮਨਜ਼ੂਰ ਕਰ ਗਏ। ਸਿੱਖ ਹੋਣ ਦੇ ਉੱਤੇ ਫਕਰ ਹੁੰਦਾ ਤਾਂ ਭਾਜਪਾ ਰਹੇ ਜਾਂ ਨਾ ਰਹੇ, ਇਸ ਗੱਲ ਦਾ ਡਰ ਨਾ ਹੁੰਦਾ। ਅਜਿਹੇ ਸਿਆਸਤਦਾਨਾਂ ਦੇ ਨਾਲ ਹਮੇਸ਼ਾ ਸਮੇਂ-ਸਮੇਂ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੋੜ ਪਵੇਗੀ ਇਹਨਾਂ ਦੇ ਨਾਲ ਹੋਰ ਵਿਚਾਰ ਕਰਨ ਦੀ, ਹੋਰ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਦੀ। ਅੱਜ ਭਾਵੇਂ ਫੋਨ ਕੱਟ ਦਿੱਤਾ ਹੋਵੇ ਹਰਜੀਤ ਸਿੰਘ ਗਰੇਵਾਲ ਹੋਣਾ ਨੇ, ਕੋਈ ਗੱਲ ਨਹੀਂ ਜੀ, ਸੰਗਤਾਂ ਦਾ ਸਾਥ ਰਿਹਾ, ਸੰਗਤਾਂ ਦੇ ਹੋਰ ਸਵਾਲ ਰਹੇ ਤਾਂ ਉਹਨਾਂ ਦੇ ਜਵਾਬ ਵੀ ਲਿੱਤੇ ਜਾਣਗੇ, ਸਵਾਲ ਪੁੱਛੇ ਜਾਣਗੇ। ਮੈਨੂੰ ਅਮਨਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।